ਤੁਸੀਂ ਵੇਖ ਰਹੇ ਹੋ BBC ਪੰਜਾਬ TV। मैं थोड़ा होस्ट ते दोस्त दलजीत अजनूहा। ਅਸੀਂ ਅੱਜ BBC ਪੰਜਾਬ ਦੇ ਪ੍ਰੋਗਰਾਮ ਕਰੋਨਾ ਵਾਰੀਅਰ ਦੇ ਤਹਿਤ ਗੱਲ ਕਰਾਂਗੇ ਡਾਕਟਰ ਮੇਜਰ ਜਤਿੰਦਰਪਾਲ ਸਿੰਘ ਜੀ ਬੈਂਸ ਵੀ ਇਹ ਕਰੋਨਾ ਜਿਹੜਾ ਵਾਇਰਸ ਇਹ ਕੀ ਆ, ਇਸ ਤੋਂ ਕਿਵੇਂ ਬਚਿਆ ਜਾ ਸਕਦਾ, ਇਹਦੇ ਲਈ ਕੀ ਸਾਵਧਾਨੀਆਂ ਰੱਖਣੀਆਂ ਪੈਣੀਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਿਹੜੀ ਆਵਾਮ ਆ ਕਰੋਨਾ ਵਾਇਰਸ ਨੂੰ ਕਿਸ ਤਰ੍ਹਾਂ ਲੈ ਰਹੇ ਆ। ਸਵਾਗਤ ਹੈ ਜੀ ਡਾਕਟਰ ਮੇਜਰ ਜਤਿੰਦਰਪਾਲ ਬੈਂਸ ਜੀ ਤੁਹਾਡਾ BBC ਪੰਜਾਬ ਤੇ ਜੀ। ਥੈਂਕ ਯੂ ਆਪ ਸਾਰਿਆਂ ਦਾ ਵੈਲਕਮ। ਡਾਕਟਰ ਸਾਹਿਬ ਆਪਾਂ ਗੱਲ ਕਰੀਏ ਜਿਵੇਂ ਪ੍ਰੋਗਰਾਮ ਦਾ ਨਾਮ ਦੱਸਿਆ ਕਰੋਨਾ ਵਾਰੀਅਰ, ਉਹਦੇ ਤਹਿਤ ਅਸੀਂ ਗੱਲ ਕਰਦੇ ਹਾਂ। ਤੁਸੀਂ ਆਰਮੀ ਦੇ ਵਿੱਚ ਵੀ ਡਾਕਟਰ ਰਹੇ ਹੋ, ਮੇਜਰ ਦੇ ਰੈਂਕ ਤੋਂ ਤੁਸੀਂ ਇੱਧਰ ਸਿਵਲ ਦੇ ਵਿੱਚ ਸਰਕਾਰੀ ਗਵਰਨਮੈਂਟ ਜੋਬ ਜਿਹੜੀ ਜੁਆਇਨ ਕੀਤੀ। ਤੇ ਸਰ ਇਹ ਜਿਹੜਾ ਕਰੋਨਾ ਵਾਇਰਸ ਆ ਜਿਹਦੇ ਡਰ ਦੇ ਨਾਲ ਪੂਰੀ ਦੁਨੀਆ ਜਿਹੜੀ ਆ ਸਹਿਮੀ ਪਈ ਆ, ਭੈ ਬਣਿਆ, ਇਹ ਕਰੋਨਾ ਵਾਇਰਸ ਕੀ ਚੀਜ਼ ਆ? ਇਹ ਕਰੋਨਾ ਵਾਇਰਸ ਜਿਹੜਾ ਆ ਇਹ ਇੱਕ ਲਿਵਿੰਗ ਐਂਡ ਨੋਨ ਲਿਵਿੰਗ ਥਿੰਗ ਦੀ ਪਹਿਲੀ ਕੜੀ ਹੈ ਜਿਹੜਾ ਕਿ ਲਿਵਿੰਗ ਵੱਲ ਚੱਲਦੀ ਹੈ। ਔਰ ਇਹ ਵਾਇਰਸ ਜਿਹੜਾ ਹੁੰਦਾ ਇਹ ਇੱਕ DNA ਜਾਂ RNA ਮੋਲੀਕਿਊਲ ਹੁੰਦਾ ਔਰ ਉਹਦੇ ਆਲੇ ਦੁਆਲੇ ਇੱਕ ਪਰਤ ਹੁੰਦੀ ਆ ਜਿਹੜੀ ਕਿ ਫੈਟ ਦੀ ਹੁੰਦੀ ਹੈ, ਕਦੇ ਕਦੇ ਪ੍ਰੋਟੀਨਸ ਵੀ ਹੁੰਦੀਆਂ ਵਿੱਚ। ਤੇ ਇਹ ਜਿਹੜਾ ਵਾਇਰਸ ਹੈ ਇਹਦੀ ਹੋਂਦ ਜਿਹੜੀ ਹੈ ਇਹ ਕੁਛ ਹੀ ਦੇਰ ਟਿਕਦੀ ਹੈ, ਥੋੜੀ ਦੇਰ ਹੀ ਬਾਹਰ ਜਿੰਦਾ ਰਹਿ ਸਕਦਾ ਹੈ। ਔਰ ਇਹਨੂੰ ਆਪਣੀ ਪ੍ਰੋਜਨੀ ਕਰਨ ਲਈ, ਰੀਪਰੋਡਕਸ਼ਨ ਕਰਨ ਲਈ ਲਿਵਿੰਗ ਥਿੰਗਸ ਦੀ ਲੋੜ ਹੁੰਦੀ ਹੈ। ਇਹ ਵਾਇਰਸ ਜਿਹੜਾ ਹੁੰਦਾ ਹੈ ਇਹ ਸਿਰਫ ਹਿਊਮਨ ਬੀਇੰਗਸ 'ਚ ਨਹੀਂ, ਐਨੀਮਲਸ ਨੂੰ ਵੀ ਡਿਜ਼ੀਜ਼ ਕਰਦਾ ਹੈ, ਪਲਾਂਟਸ ਨੂੰ ਵੀ ਕਰਦਾ ਹੈ। ਤਾਂ ਇਹ ਇੱਕ ਜਿਹੜਾ ਹੈ ਲਿਵਿੰਗ ਨੋਨ ਲਿਵਿੰਗ ਦੇ ਵਿਚਲੀ ਚੀਜ਼ ਹੈ ਜਿਹੜੀ ਕਿ ਲਿਵਿੰਗ ਬਣ ਜਾਂਦੀ ਹੈ ਲਿਵਿੰਗ ਥਿੰਗ ਦੇ ਕੰਟੈਕਟ 'ਚ ਆ ਕੇ। ਔਰ ਇਹ ਅਸਰ ਕਿਸ ਤਰ੍ਹਾਂ ਕਰਦੀ ਹੈ ਕਿ ਇਹਦੇ ਜਿਹੜਾ ਵਾਇਰਸ ਹੁੰਦਾ ਹੈ ਉਹਦੇ ਉੱਤੇ ਮੋਲੀਕਿਊਲਸ ਹੁੰਦੇ ਆ ਜਿਹੜੇ ਕਿ ਹਿਊਮਨ ਬੀਇੰਗ, ਜਿਹੜਾ ਹਿਊਮਨ ਵਾਇਰਸ ਹੈਗਾ ਇਹ ਹਿਊਮਨ ਬੀਇੰਗ ਦੀ ਸੈਲਸ ਨੂੰ ਜਾ ਕੇ ਟੱਚ ਕਰਦਾ ਹੈ ਔਰ ਉਹਦੇ ਨਾਲ ਕਿਰਿਆ ਕਰਕੇ ਇਹ ਉਹਦੇ ਵਿੱਚ ਐਂਟਰ ਕਰ ਦਿੰਦਾ ਹੈ। ਉਸ ਤੋਂ ਬਾਅਦ ਇਹ ਜਿਹੜਾ ਸਾਡਾ ਆਪਣਾ DNA ਅੰਦਰ ਹੁੰਦਾ ਹੈ ਉਹਨੂੰ ਕਾਬੂ ਕਰਕੇ ਉਹਦੇ ਵੱਲੋਂ ਆਪਣੀ ਪ੍ਰੋਜਨੀ ਬਣਵਾਉਂਦਾ ਹੈ ਔਰ ਉਹਦੇ ਨਾਲ ਤਾਦਾਦ ਵੱਧਦੀ ਹੈ। ਔਰ ਇਸ ਤਰ੍ਹਾਂ ਜਿਸਲੇ ਉਹ ਸੈੱਲ ਨੂੰ ਤੋੜ ਕੇ ਅਗਲੇ ਹੋਰ ਸੈਲਸ ਦੇ ਵਿੱਚ ਜਾਂਦਾ ਹੈ ਤਾਂ ਇਸ ਤਰ੍ਹਾਂ ਉਹ ਫੈਲਦਾ। ਜਿਹੜਾ ਕੋਰੋਨਾ ਵਾਇਰਸ ਹੈ ਇਹ ਵਾਇਰਸ ਜਿਹੜਾ ਹੈਗਾ ਇਹ ਹੋਰ ਵੀ ਡਿਜ਼ੀਜ਼ਸ ਜਿਹੜਾ ਖੰਘ ਜ਼ੁਕਾਮ ਟਾਈਪ ਹੈਗੇ ਆ ਇਹ ਕਰਦਾ ਹੈ। ਜਿਹੜਾ ਇਸ ਵੇਲੇ ਕਰੋਨਾ ਜਿਹਨੂੰ ਅਸੀਂ ਕਰੋਨਾ ਕਹਿ ਰਹੇ ਹਾਂ ਇਹ COVID-19 ਡਿਜ਼ੀਜ਼ ਕਰਦਾ ਹੈ। ਔਰ ਇਹ ਜਿਹੜੇ ਪਹਿਲੇ ਕਰੋਨਾ ਹੈਗੇ ਆ ਉਹਨਾਂ ਤੋਂ ਵੱਖ ਹੈ ਔਰ ਇਹ ਉਹਨਾਂ ਤੋਂ ਵੱਖ ਹੈ। ਔਰ ਇਹ ਹਿਊਮਨ ਬੀਇੰਗ ਨੂੰ ਪਹਿਲੀ ਵਾਰ ਐਕਸਪੋਜ਼ ਹੋ ਰਿਹਾ ਹੈ। ਇਸ ਲਈ ਸਾਡਾ ਜਿਹੜਾ ਇਮਿਊਨ ਸਿਸਟਮ ਹੈਗਾ ਉਹ ਇਸ ਨੂੰ ਪਹਿਚਾਨਦਾ ਨਹੀਂ ਹੈ ਔਰ ਉਹ ਇਸ ਦੇ ਖਿਲਾਫ ਜਿਸਲੇ ਸਾਨੂੰ ਪਹਿਲੀ ਵਾਰ ਇਨਫੈਕਸ਼ਨ ਹੋਏਗੀ ਉਸ ਤੋਂ ਬਾਅਦ ਹੀ ਸਾਡੇ ਵਿੱਚ ਇਸ ਦੇ ਖਿਲਾਫ ਇਮਿਊਨਿਟੀ ਪੈਦਾ ਕਰੇਗਾ। ਔਰ ਉਸ ਤੋਂ ਬਾਅਦ ਇਮਿਊਨਿਟੀ ਸਾਡੀ ਉਹ ਕਿੱਦਾਂ ਦੀ ਬਣਦੀ ਹੈ ਤੇ ਉਸ ਦੇ ਉੱਤੇ ਡਿਪੈਂਡ ਕਰੇਗਾ ਕਿ ਕੋਰੋਨਾ ਜਿਹੜਾ ਹੈ ਸਾਡੇ ਵਿੱਚ ਡਿਜ਼ੀਜ਼ ਕਰ ਪਾਏਗਾ ਜਾਂ ਨਹੀਂ ਕਰ ਪਾਏਗਾ। ਇਸ ਲਈ ਇਸ ਤੋਂ ਬਚਣ ਲਈ ਸਭ ਤੋਂ ਬੜੀ ਗੱਲ ਹੈ ਇੱਕ ਤਾਂ ਪ੍ਰੀਵੈਂਸ਼ਨ ਹੈ ਕਿ ਇਹ ਸਾਡੇ ਕੋਲ ਆਏ ਨਾ, ਔਰ ਅਗਰ ਆ ਗਿਆ ਤਾਂ ਸਾਡਾ ਇਮਿਊਨ ਸਿਸਟਮ ਇੰਨਾ ਸਟਰੋਂਗ ਹੋਣਾ ਚਾਹੀਦਾ ਕਿ ਉਹ ਉਹਨੂੰ ਕਾਬੂ ਕਰ ਸਕੇ। ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਵੀ ਇਹ ਕਰੋਨਾ ਵਾਇਰਸ ਕੀ ਆ ਔਰ ਕਿਵੇਂ ਇਹ ਅੱਗੇ ਵੱਧਦਾ ਆ। ਅਸੀਂ ਇਹ ਗੱਲ ਕਰੀਏ ਜਿਵੇਂ ਤੁਸੀਂ ਗੱਲ ਕੀਤੀ ਸੀ ਵੀ 1910 ਤੋਂ ਇਹ ਸ਼ੁਰੂ ਹੋਇਆ, ਵੱਖ-ਵੱਖ ਤਰ੍ਹਾਂ ਦੇ ਜਿਹੜੇ ਵਾਇਰਸ ਆਏ ਆ ਜਿਹਦੇ ਨਾਲ ਜਿਹੜੀ ਸਾਡੇ ਆਵਾਮ ਆ ਕਾਫੀ ਸਮੇਂ 'ਤੇ ਆਉਂਦੇ ਆ ਅਤੇ ਲੜਦੀ ਆਈ ਆ ਅਤੇ ਕਾਫੀ ਇਹਦਾ ਆਪਣਾ ਘਾਤਕ ਅਸਰ ਵੀ ਹੋਇਆ। ਅਤੇ ਹੁਣ ਤੱਕ ਜਿਹੜੇ ਵਾਇਰਸ ਆਏ ਆ ਉਹਦੇ ਨਾਲ ਇਹ ਕਿੰਨਾ ਕੁ ਖਤਰਨਾਕ ਆ ਔਰ ਇਹਦੇ ਲਈ ਬਚਾਅ ਲਈ ਆਪਾਂ ਜਿਹੜੇ ਤੁਹਾਡੇ ਪ੍ਰਸ਼ਾਸਨ ਸਿਹਤ ਵਿਭਾਗ ਵਾਲੇ ਆ ਜਿਹੜੇ ਹੁਣ ਉਪਰਾਲੇ ਕੀਤੇ ਜਾ ਰਹੇ ਕਿੰਨੇ ਕੁ ਸਾਰਥਕ ਹੋ? ਇਹ ਜਿਹੜਾ ਵਾਇਰਸ ਹੈ ਇਹ ਪਹਿਲੀ ਵਾਰ ਹੀ ਇਨਸਾਨ ਦੇ ਵਿੱਚ ਆਇਆ ਹੈ। ਇਸ ਤੋਂ ਪਹਿਲਾਂ ਕਈ ਵਾਇਰਸ ਪਹਿਲੀ ਵਾਰ ਆਏ ਹੈ ਜਿਹਦੇ ਵਿੱਚ ਸਭ ਤੋਂ ਬੜਾ ਘਾਤਕ ਜਿਹੜਾ ਹੈ ਉਹ ਸਪਾਈਨਸ਼ ਫਲੂ ਇੱਕ ਡਿਜ਼ੀਜ਼ ਸੀ ਜਿਹੜੀ ਕਿ 1919 ਦੇ ਵਿੱਚ ਰਹੀ ਔਰ ਉਹ ਲਗਭਗ 3 ਸਾਲ ਰਹੀ। ਉਹਦੇ ਵਿੱਚ ਇਸ ਤਰ੍ਹਾਂ ਸੀ, ਉਹਦੇ ਵਿੱਚ ਵੀ ਇਹ ਖੰਘ ਜ਼ੁਕਾਮ ਟਾਈਪ ਦਾ ਹੀ ਡਿਜ਼ੀਜ਼ ਸੀ
ਔਰ ਉਹਦੇ ਵਿੱਚ ਜਿਹੜੇ ਬੰਦੇ ਅਫੈਕਟਡ ਸੀ ਉਹਨਾਂ ਨੂੰ ਆਈਸੋਲੇਸ਼ਨ ਕਰਨੇ ਦੀ ਉਸ ਵੇਲੇ ਪ੍ਰਥਾ ਲੱਭੀ ਗਈ ਔਰ ਉਹਨੂੰ ਯੂਜ਼ ਕੀਤਾ ਗਿਆ। ਪਰ ਕੀ ਹੋਇਆ ਕਿ ਜਿਸਲੇ ਉਹ ਲਾਕਡਾਊਨ ਖੋਲ੍ਹਿਆ ਗਿਆ ਤੇ ਉਸ ਤੋਂ ਬਾਅਦ ਪਬਲਿਕ ਇੰਨੀ ਜ਼ਿਆਦਾ ਉਹਨਾਂ ਨਾਲ ਇੰਜੋਇਮੈਂਟ ਜਾਂ ਉਹ ਕਹੋ ਖੁਸ਼ੀ ਮਨਾਈ ਕਿ ਉਹ ਇੰਨੇ ਜ਼ਿਆਦਾ ਇਕੱਠੇ ਹੋਏ ਕਿ ਉਹਦੀ ਦੂਜੀ ਵੇਵ ਸ਼ੁਰੂ ਹੋ ਗਈ। ਔਰ ਮੈਕਸਿਮਮ ਡੈਥ ਜਿਹੜੀਆਂ ਸੀ ਉਹ ਜਿਸਲੇ ਦੂਜੀ ਵਾਰ ਡਿਜ਼ੀਜ਼ ਆਈ ਉਸ ਵੇਲੇ ਹੋਈ। ਉਹ ਜਿਹੜੀ ਹੈ ਪਹਿਲੀ ਡਿਜ਼ੀਜ਼ ਨਾਲੋਂ ਕੁਝ ਵਕਫੇ 'ਤੇ ਹੋਈ ਔਰ ਉਸ ਦਾ ਵੀ ਜਦੋਂ ਪੀਕ ਆ ਕੇ ਉਹ ਥੰਮ ਗਈ ਤੇ ਉਸ ਤੋਂ ਬਾਅਦ ਅਗਲੇ ਸਾਲ 20 ਦੇ ਵਿੱਚ ਫੇਰ ਇੱਕ ਵੇਵ ਆਈ ਔਰ ਉਸ ਤੋਂ ਬਾਅਦ ਜਾ ਕੇ ਉਹ ਇੱਕ ਐਂਡਮਿਕ ਬਣ ਗਈ ਜਿਹੜੀ ਕਿ ਸਮਾਜ ਦੇ ਵਿੱਚ ਰਹਿੰਦੀ ਹੀ ਹੈ ਔਰ ਹੁਣ ਸਮਾਜ ਉਹਦੇ ਨਾਲ ਰਹਿ ਰਿਹਾ ਹੈ। ਡਾਕਟਰ ਸਾਹਿਬ ਤੁਸੀਂ ਹੁਣ ਜਿਹੜਾ ਕੋਰੋਨਾ ਵਾਇਰਸ ਹੈ ਇਹ ਹੁਣ ਪਹਿਲੀ ਵਾਰ ਆਇਆ ਹੈ ਵੀ ਪਾਇਆ ਆ ਬਾਅਦ 'ਚ ਤੁਹਾਨੂੰ ਆਦਤ ਹੀ ਇਹੋ ਤੁਹਾਡੀ ਹੋਣੀ ਚਾਹੀਦੀ ਕਿ ਜਦ ਵੀ ਤੁਹਾਨੂੰ ਖੰਘ ਜਾਂ ਛਿੱਕ ਆਉਂਦੀ ਆ ਤਾਂ ਤੁਹਾਡੇ ਹੱਥ 'ਚ ਕੋਈ ਕੱਪੜਾ ਹੋਣਾ ਚਾਹੀਦਾ ਜਿਹਦੇ ਨਾਲ ਕਿ ਤੁਸੀਂ ਮੂੰਹ ਨੂੰ ਕਵਰ ਕਰੋ ਤਾਂ ਕਿ ਉਹ ਦੂਰ ਤੱਕ ਫੈਲੇ। ਦੂਜੀ ਗੱਲ ਅਗਰ ਨਹੀਂ ਵੀ ਆ ਤਾਂ ਖਾਲੀ ਹੱਥ 'ਤੇ ਨਹੀਂ ਖੰਘਣਾ। ਆਰਮ ਪਿੱਟ ਹੈ, ਜਦ ਵੀ ਖੰਘਣਾ ਜਾਂ ਛਿੱਕਣਾ ਇਸ ਨੂੰ ਤੁਸੀਂ ਮੂਹਰੇ ਕਰੋ, ਇਹਦੇ ਨਾਲੇ ਬਹੁਤੀ ਦੂਰ ਨਹੀਂ ਜਾਂਦੀ। ਪਰ ਹਾਲੇ ਤੱਕ ਇਹ ਹਵਾ ਦੇ ਵਿੱਚ ਫੈਲਣ ਦਾ ਇਹਦਾ ਜ਼ਰੀਆ ਨਹੀਂ ਲੱਭਿਆ ਗਿਆ। ਉਹਦਾ ਕੰਟਰੋਵਰਸੀ ਹੈ ਪਰ ਹਾਲੇ ਤੱਕ ਲੱਗਦਾ ਹੈ ਕਿ ਹਵਾ ਦੇ ਵਿੱਚ ਬਹੁਤੀ ਦੇਰ ਇਹ ਨਹੀਂ ਰਹਿੰਦਾ। ਇਹ ਡ੍ਰੌਪਲੇਟਸ ਦੇ ਫਾਰਮ 'ਚ ਹੁੰਦਾ ਆ, ਇਹ ਜਲਦੀ ਜ਼ਮੀਨ 'ਤੇ ਡਿੱਗ ਪੈਂਦਾ ਆ ਜਾਂ ਜਿਸਲੇ ਛਿੱਕੇ ਉਸ ਵੇਲੇ ਜਿਹੜਾ। ਔਰ ਇਸ ਲਈ ਸੋਸ਼ਲ ਡਿਸਟੈਂਸਿਸ ਦਾ ਜਿਹੜਾ ਫਾਸਲਾ ਰੱਖਿਆ ਗਿਆ ਹੈ ਉਹ 6 ਫਿਟ ਰੱਖਿਆ ਗਿਆ ਤਾਂ ਕਿ ਉਹ ਡ੍ਰੌਪਲੇਟਸ ਦੂਜੇ 'ਤੇ ਨਾ ਜਾ ਸਕਣ। ਤੇ ਇਹਦੇ ਵਿੱਚ ਪ੍ਰੀਵੈਂਸ਼ਨ ਇੱਕ ਬਹੁਤ ਬੜੀ ਚੀਜ਼ ਹੈ। ਦੂਸਰੀ ਜਿਹੜੇ ਆਪਣੀ ਇਮਿਊਨ ਸਿਸਟਮ ਨੂੰ ਤੁਸੀਂ ਮਜ਼ਬੂਤ ਕਰਨਾ ਹੈ ਉਹਦੇ ਲਈ ਸਾਨੂੰ ਵਿਟਾਮਿਨ ਸੀ ਦਾ ਇੱਕ ਬਹੁਤ ਬੜਾ ਰੋਲ ਹੈ। ਉਹਦਾ ਵੀ ਮਲਟੀਵਿਟਾਮਿਨ ਦਾ ਬਹੁਤ ਜ਼ਿਆਦਾ ਰੋਲ ਹੈ। ਮਲਟੀਵਿਟਾਮਿਨ ਸਾਨੂੰ ਲੈਣੇ ਚਾਹੀਦੇ ਆ। ਕੈਲਸ਼ੀਅਮ, ਵਿਟਾਮਿਨ ਡੀ, ਇਹ ਸਭ ਦਾ ਬਹੁਤ ਇੰਪੋਰਟੈਂਟ ਰੋਲ ਹੈ। ਸਾਨੂੰ ਇਹ ਸਭ ਨੂੰ ਸੇਵਨ ਕਰਨਾ ਚਾਹੀਦਾ। ਦੂਜੀ ਗੱਲ ਇਹ ਬਹੁਤ ਬੜੀ ਘਾਤਕ ਨਹੀਂ ਹੈ। ਇਹ ਜੇ ਹੁਣ ਤੱਕ ਇੰਡੀਆ ਦਾ ਅਸੀਂ ਪੂਰਾ ਉਹ ਲਈਏ ਤਾਂ ਉਹ ਮੋਰਟੈਲਿਟੀ ਰੇਟ ਥੋੜ੍ਹਾ ਜ਼ਿਆਦਾ ਆ ਰਿਹਾ ਹੈ। ਪਰ ਜੇ ਪੰਜਾਬ ਦਾ ਲਈਏ ਤਾਂ ਮੋਰਟੈਲਿਟੀ ਰੇਟ ਜਿਹੜਾ ਹੈ ਸਾਡਾ, ਜੇ 100 ਬੰਦਿਆਂ ਨੂੰ ਇਹ ਬਿਮਾਰੀ ਹੁੰਦੀ ਹੈ ਤਾਂ 0.5 0.2 ਬੰਦੇ% ਚਾਂਸ ਹੈ ਕਿ ਬੰਦੇ ਦੀ ਮੌਤ ਹੋਏਗੀ। ਔਰ 75% ਜਿਹੜੀ ਮੌਤਾਂ ਹੁੰਦੀਆਂ ਉਹ ਜ਼ਿਆਦਾਤਰ 60 ਸਾਲ ਜਾਂ 60 ਸਾਲ ਦੇ ਉੱਪਰ ਦੇ ਬੰਦਿਆਂ ਦੇ ਵਿੱਚ ਹੁੰਦੀ ਹੈ। ਔਰ ਉਹਦੇ ਵਿੱਚ ਜਿਹੜਾ ਜਿਨ੍ਹਾਂ ਨੂੰ ਪਹਿਲਾਂ ਹੀ ਕੋਈ ਬਿਮਾਰੀ ਹੈ, ਜਿਹਨੂੰ ਕੋਮੋਰਬਿਡਿਟੀ ਕਹਿੰਦੇ ਆ, ਉਹ ਵਾਲੇ ਅਗਰ ਮਰੀਜ਼ ਹੈ ਤੇ ਉਹਨਾਂ ਦੇ ਵਿੱਚ ਇਹ ਜ਼ਿਆਦਾ ਘਾਤਕ ਹੁੰਦਾ ਹੈ ਕਿਉਂਕਿ ਉਹਦਾ ਬੋਡੀ ਦਾ ਡਿਫੈਂਸ ਮੈਕੈਨਿਜ਼ਮ ਬਿਮਾਰੀ ਕਰਕੇ ਕਮਜ਼ੋਰ ਹੋਇਆ ਹੁੰਦਾ। ਤੇ ਇਹ ਸਾਨੂੰ ਧਿਆਨ ਰੱਖਣ ਦੀ ਜਿਹੜੀ ਪਰਿਵਾਰ ਦੇ ਵਿੱਚ ਜ਼ਰੂਰੀ ਗੱਲਾਂ ਹੈ। ਇੱਕ ਤਾਂ ਇਹ ਜਿਸ ਜਿਹੜਾ ਮੈਂ ਦੱਸਿਆ ਕਿ ਖੰਘਣਾ ਛਿੱਕਣ ਲੱਗੇ ਧਿਆਨ ਰੱਖਣਾ ਹੈ। ਦੂਜਾ ਜਿਹੜੇ ਬਜ਼ੁਰਗ ਹੈਗੇ ਆ ਉਹਨਾਂ ਨਾਲ ਸਾਵਧਾਨੀ ਦੇਣਾ ਬਹੁਤ ਜ਼ਰੂਰੀ ਹੈ। ਉਹਨਾਂ ਦੀ ਕੇਅਰ ਕਰਨੀ ਔਰ ਉਹਨਾਂ ਦਾ ਜੇ ਸਿੰਪਟਮ ਉਹਨਾਂ ਵਿੱਚ ਥੋੜ੍ਹੇ ਵੀ ਆਉਂਦੇ ਆ ਤਾਂ ਸਾਨੂੰ ਕੰਟੈਕਟ ਕਰਨਾ ਚਾਹੀਦਾ। ਇਹਦੇ ਵਿੱਚ ਜਿਹੜੇ ਲੱਛਣ ਹੈ ਉਹਦੇ ਵਿੱਚ 3 ਮੇਨ ਚੀਜ਼ਾਂ ਆ: ਬੁਖਾਰ, ਖੰਘ ਰੇਸ਼ਾ, ਤੀਜਾ ਸਾਹ। ਜਿਹੜੀ ਬ੍ਰੈਥਲੈਸਨੈਸ ਹੈ ਇਹ ਜਿਹੜੇ ਉੱਦਾਂ ਹੈ ਕਾਬੂ ਤਦੇ ਆਏਗਾ ਜਾਂ ਤਾਂ ਇਹ ਡਿਜ਼ੀਜ਼ ਸਭ ਨੂੰ ਹੋ ਜਾਏ ਜੀ, ਉਹ ਸਾਡੇ ਸਭ ਦੇ ਵਿੱਚ ਇਮਿਊਨਿਟੀ ਬਣ ਜਾਏ, ਜਾਂ ਇਹ ਵਾਇਰਸ ਦੇ ਨਾਲ ਇਨਫੈਕਸ਼ਨ ਨਾ ਹੋਵੇ ਪਰ ਸਾਨੂੰ ਕੋਈ ਵੈਕਸੀਨ ਮਿਲ ਜਾਏ ਜਿਹਦੇ ਨਾਲ ਕਿ ਅਸੀਂ ਸਭ ਨੂੰ ਲਗਾ ਕੇ ਤਾਂ ਉਹਨਾਂ ਦਾ ਇਮਿਊਨ ਸਿਸਟਮ ਦੇ ਵਿੱਚ ਉਹਦੇ ਖਿਲਾਫ ਇਮਿਊਨਿਟੀ ਬਣਾ ਦਈਏ, ਐਂਟੀਬੋਡੀਜ਼ ਵਗੈਰਾ ਬਣਾ ਦਈਏ ਤਾਂ ਕਿ ਇਹ ਜਿਸਲੇ ਵੀ ਕਿਤੇ ਸਾਡੇ ਉੱਤੇ ਇਫੈਕਟ ਕਰੇ ਤਾਂ ਇਹ ਸਾਨੂੰ ਡਿਜ਼ੀਜ਼ ਨਾ ਕਰ ਸਕੇ। ਡਾਕਟਰ ਸਾਹਿਬ ਤੁਹਾਡੀ ਗੱਲਬਾਤ ਦੇ ਦੌਰਾਨ ਇਹ ਦੇਖਿਆ ਗਿਆ ਵੀ ਤੁਸੀਂ ਜਿਹੜੀ ਗੱਲ ਦੱਸੀ ਆ ਵੀ ਕਰੋਨਾ ਵਾਇਰਸ ਜਿਹੜਾ ਆ ਇਹ ਆਪਣੀ ਸਾਡੀ ਅੰਦਰੂਨੀ ਪਾਵਰ ਜਿਹੜੀ ਆ ਉਹਦੇ ਤੱਕ ਉਹਨੂੰ ਜੱਜ ਨਹੀਂ ਕਰ ਸਕੀ ਵੀ ਇਹ ਕਿੰਨਾ ਸ਼ਕਤੀਸ਼ਾਲੀ ਆ। ਪੰਜਾਬੀ ਦੀ ਗੱਲ ਉਹਦੇ ਵਿੱਚ ਕਿੰਨਾ ਉਹਦੇ ਲੜਨ ਦੀ ਪਾਵਰ ਹੈ। ਹੁਣ ਅਸੀਂ ਗੱਲ ਕਰੀਏ ਪੰਜਾਬ ਦੀ, ਕਿਉਂਕਿ ਇਹ ਇੱਕ ਦੁਖਾਂਤ ਹੈ
ਵੀ ਪੰਜਾਬ ਦੇ ਵਿੱਚ ਜ਼ਿਲ੍ਹੇ ਹੁਸ਼ਿਆਰਪੁਰ ਦੀ ਗੱਲ ਕਰੀਏ, ਅਸੀਂ ਆਪਣਾ ਜ਼ਿਲ੍ਹੇ ਦੀ ਗੱਲ ਕਰਦੇ ਹਾਂ, ਉਹ ਤੋਂ ਬਾਅਦ ਪੰਜਾਬ ਦੀ ਗੱਲ ਕਰਦੇ ਹਾਂ, ਕਿਉਂਕਿ ਜਿਹੜਾ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦਾ ਪਹਿਲਾ ਪ੍ਰਭਾਵ ਦੇਖਿਆ ਗਿਆ ਉਹ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਜਿਹੜਾ ਹੈ ਉਹ ਪਠਲਾਵੇ ਦੇ ਵਿੱਚ ਦੇਖਿਆ ਗਿਆ। ਸੋ ਉਸ ਤੋਂ ਬਾਅਦ ਨਾਲ ਲੱਗਦੇ ਪਿੰਡ ਮੋਰਾਲੀ ਦੇ ਵਿੱਚ ਹੋਇਆ, ਤੇ ਉਹਦੇ ਵਿੱਚ ਸਾਡਾ ਹੁਸ਼ਿਆਰਪੁਰ ਬਿਲਕੁਲ ਗ੍ਰੀਨ ਜ਼ੋਨ ਦੇ ਪਿਨ ਪੁਆਇੰਟ 'ਤੇ ਸੀਗਾ, ਤੇ ਉਹ ਤੋਂ ਬਾਅਦ ਕੁਛ ਇੱਕ ਪ੍ਰੋਬਲਮ ਹੋਣ ਦੇ ਨਾਲ ਜਿਹੜਾ ਫਿਰ ਉਹ ਰੈੱਡ ਜ਼ੋਨ ਵੱਲ ਨੂੰ ਚਲਾ ਗਿਆ, ਤੇ ਕਾਫੀ ਰਾਹਤ ਦੁਬਾਰਾ ਫਿਰ ਰਾਹਤ ਮਿਲੀ, ਤੇ ਹੁਣ ਫਿਰ ਜਿਹੜਾ ਇਸ ਵੇਲੇ ਜ਼ਿਲ੍ਹੇ ਦੇ ਵਿੱਚ 9 ਐਕਟਿਵ ਕੇਸ ਨੇ। ਤੇ ਸਰ ਇਹ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ। ਇਹ ਤੁਸੀਂ ਮਹਿਕਮੇ ਦੇ ਦੌਰਾਨ ਤੁਸੀਂ ਤੁਹਾਡਾ ਹੈਲਥ ਡਿਪਾਰਟਮੈਂਟ ਜਿਹੜਾ ਵਿਭਾਗ ਆ ਇਸ ਵੇਲੇ ਕੀ ਇਹ ਮਤਲਬ ਕਰ ਰਿਹਾ ਜਿਹੜਾ ਆ ਵੀ ਉਹਦੇ ਉਪਰਾਲੇ ਜਿਹੜਾ ਇਹ ਲੋਕਾਂ ਤੋਂ ਇਸ ਚੀਜ਼ ਤੋਂ ਬਚਿਆ ਜਾ ਸਕੇ। ਤੁਸੀਂ ਆਪਣੀ ਗੱਲਬਾਤ ਦੇ ਦੌਰਾਨ ਇਹ ਵੀ ਦੱਸਿਆ ਸੀਗਾ ਵੀ ਇਹਦੇ ਤੋਂ ਕੋਈ ਡਰਨ ਦੀ ਲੋੜ ਨਹੀਂ ਹੈ, ਇਹਦੇ ਤੋਂ ਬਚਾਅ ਦੀ ਆ ਪ੍ਰੀਕਾਸ਼ਨ ਦੀ ਲੋੜ ਆ। ਕਈ ਵਾਰ ਦੇਖਿਆ ਗਿਆ ਵੀ ਬਹੁਤੇ ਮਰੀਜ਼ਾਂ ਨੂੰ ਇਕਾਂਤਵਾਸ ਕਰ ਦਿੱਤਾ ਜਾਂਦਾ, ਜਿਹੜੇ ਕਿ ਟ੍ਰੀਟਮੈਂਟ ਨਾ ਹੋਣ ਦੇ ਕਾਰਨ, ਵੈਕਸੀਨ ਨਾ ਬਣਦੀ, ਇਕਾਂਤਵਾਸ ਹੋਣ ਦੇ ਦੌਰਾਨ ਉਹ ਠੀਕ ਹੋ ਜਾਂਦੇ ਆ। ਤੇ ਇਹਦੇ ਵਿੱਚ ਇਹ ਜਿਹੜੀ ਸਭ ਤੋਂ ਵੱਡੀ ਗੱਲ ਆ, ਇਕਾਂਤਵਾਸ ਹੋਣ ਦੇ ਵਿੱਚ ਜਿਹੜੇ ਠੀਕ ਹੁੰਦੇ ਆ ਤੇ ਵੈਕਸੀਨ ਨਾ ਬਣਨਾ, ਇਹ ਕਿੰਨੀ ਕੁ ਦੇਰ ਜਿਹੜੀ ਆ ਇਹ ਚੱਲ ਸਕਦੀ ਆ ਤਾਂ ਕਿ ਲੋਕ ਇਹ ਤੋਂ ਬਚੇ ਰਹਿ ਸਕਣ? ਜਿਹੜਾ ਇਹ ਵਾਇਰਸ ਹੈ ਇਹਨੂੰ ਆਉਣ ਤੋਂ ਬਾਅਦ, ਕਿਉਂਕਿ ਇਹ ਬਾਹਰੋਂ ਹੀ ਆਇਆ ਹੈ, ਇੰਡੀਆ ਦੇ ਵਿੱਚ ਨਹੀਂ ਸੀ, ਔਰ ਇਹ ਵਿਦੇਸ਼ ਦੀ ਪੋਪੂਲੇਸ਼ਨ ਜਿਸਲੇ ਐਂਟਰ ਕੀਤੀ ਉਸ ਤੋਂ ਬਾਅਦ ਇਹ ਸ਼ੁਰੂ ਹੋਇਆ। ਔਰ ਇਹ ਜਿਸਲੇ ਵਿੱਚ ਇਹਦੀ ਪੀਕਸ ਆ ਰਹੀਆਂ, ਜਿੱਦਾਂ ਆਪਾਂ ਆਪਣੇ ਜ਼ਿਲ੍ਹੇ ਦੀ ਗੱਲ ਕਰੀਏ ਜਾਂ ਪੰਜਾਬ 'ਚ ਹੋਰ ਗੱਲ ਕਰੀਏ, ਜਾਂ ਜਿਸ ਤਰ੍ਹਾਂ ਦੀ ਹੁਣ ਲੇਬਰ ਕਲਾਸ ਘੁੰਮ ਰਹੀ ਹੈ ਉਹਦੇ ਨਾਲ ਜਿਹੜੇ ਨਵੀਂ ਜਗ੍ਹਾ 'ਤੇ ਹੋਣ ਦੇ ਚਾਂਸ ਹੈ, ਤਾਂ ਇਹ ਸਭ ਕੁਝ ਰਹਿਣਾ ਹੀ ਹੈ, ਕਿਉਂਕਿ ਜਦ ਵੀ ਵਾਇਰਸ ਨੇ ਆਉਣਾ ਹੈ ਉਹ ਨਵੇਂ ਕੇਸ ਪ੍ਰੋਡਿਊਸ ਕਰਨੇ। ਔਰ ਇਹਦੇ ਨੂੰ ਬਚਣ ਲਈ ਜੋ ਸਾਨੂੰ ਕਰਨਾ ਚਾਹੀਦਾ ਹੈ ਉਹ ਇਹ ਹੀ ਹੈ ਕਿ ਸੋਸ਼ਲ ਡਿਸਟੈਂਸਿੰਗ, ਉਸ ਦਾ ਹੀ ਇੱਕ ਰੂਪ ਆਈਸੋਲੇਸ਼ਨ ਹੈ, ਉਸ ਦਾ ਹੀ। ਤੇ ਵੈਕਸੀਨ ਨਾ ਬਣਨਾ, ਇਹ ਕਿੰਨੀ ਕੁ ਦੇਰ ਜਿਹੜੀ ਆ ਇਹ ਚੱਲ ਸਕਦੀ ਆ ਤਾਂ ਕਿ ਲੋਕ ਇਹ ਤੋਂ ਬਚੇ ਰਹਿ ਸਕਣ? ਜਿਹੜਾ ਇਹ ਵਾਇਰਸ ਹੈ ਇਹਨੂੰ ਆਉਣ ਤੋਂ ਬਾਅਦ, ਕਿਉਂਕਿ ਇਹ ਬਾਹਰੋਂ ਹੀ ਆਇਆ ਹੈ, ਇੰਡੀਆ ਦੇ ਵਿੱਚ ਨਹੀਂ ਸੀ, ਔਰ ਇਹ ਵਿਦੇਸ਼ ਦੀ ਪੋਪੂਲੇਸ਼ਨ ਜਿਸਲੇ ਐਂਟਰ ਕੀਤੀ ਉਸ ਤੋਂ ਬਾਅਦ ਇਹ ਸ਼ੁਰੂ ਹੋਇਆ। ਔਰ ਇਹ ਜਿਸਲੇ ਵਿੱਚ ਇਹਦੀ ਪੀਕਸ ਆ ਰਹੀਆਂ, ਜਿੱਦਾਂ ਆਪਾਂ ਆਪਣੇ ਜ਼ਿਲ੍ਹੇ ਦੀ ਗੱਲ ਕਰੀਏ ਜਾਂ ਪੰਜਾਬ 'ਚ ਹੋਰ ਗੱਲ ਕਰੀਏ, ਜਾਂ ਜਿਸ ਤਰ੍ਹਾਂ ਦੀ ਹੁਣ ਲੇਬਰ ਕਲਾਸ ਘੁੰਮ ਰਹੀ ਹੈ ਉਹਦੇ ਨਾਲ ਜਿਹੜੇ ਨਵੀਂ ਜਗ੍ਹਾ 'ਤੇ ਹੋਣ ਦੇ ਚਾਂਸ ਹੈ, ਤਾਂ ਇਹ ਸਭ ਕੁਝ ਰਹਿਣਾ ਹੀ ਹੈ, ਕਿਉਂਕਿ ਜਦ ਵੀ ਵਾਇਰਸ ਨੇ ਆਉਣਾ ਹੈ ਉਹ ਨਵੇਂ ਕੇਸ ਪ੍ਰੋਡਿਊਸ ਕਰਨੇ। ਔਰ ਇਹਦੇ ਨੂੰ ਬਚਣ ਲਈ ਜੋ ਸਾਨੂੰ ਕਰਨਾ ਚਾਹੀਦਾ ਹੈ ਉਹ ਇਹ ਹੀ ਹੈ ਕਿ ਸੋਸ਼ਲ ਡਿਸਟੈਂਸਿੰਗ, ਉਸ ਦਾ ਹੀ ਇੱਕ ਰੂਪ ਆਈਸੋਲੇਸ਼ਨ ਹੈ, ਉਸ ਦਾ ਹੀ ਇੱਕ ਰੂਪ ਹੋਰ ਹੈ ਕਿ ਅਸੀਂ ਜਿਸਲੇ। ਔਰ ਇੱਕ ਮੈਂ ਬੜੀ ਇੰਪੋਰਟੈਂਟ ਗੱਲ ਦੱਸਣਾ ਚਾਹੁੰਦਾ ਹੈ ਕਿ ਇੱਕ ਕੰਟੈਕਟ ਟਾਈਮ ਹੁੰਦਾ ਹੈ ਜਿਹੜਾ ਕਿ ਇਹ ਦੱਸਦਾ ਕਿ ਇੱਕ ਅਗਰ ਕੋਰੋਨਾ ਵਾਇਰਸ ਜਾਂ ਕਿਸੇ ਵੀ ਬਿਮਾਰੀ ਦਾ ਮਰੀਜ਼ ਕੰਨੀ ਦੇਰ ਦੂਜੇ ਦੇ ਕੰਟੈਕਟ 'ਚ ਰਵੇ ਤਾਂ ਉਹ ਦੂਜੇ ਨੂੰ ਹੋਏਗੀ। ਇਹ ਜਿਹੜਾ ਕੰਟੈਕਟ ਪੀਰੀਅਡ ਹੈ ਇਹ ਕੋਰੋਨਾ ਵਾਇਰਸ ਦਾ ਜਿਹੜਾ ਹੁਣ ਤੱਕ ਨਿਕਲ ਕੇ ਆਇਆ ਹੈ ਉਹ ਅੱਧਾ ਘੰਟਾ ਹੈ। ਜਦ ਤੱਕ ਅਸੀਂ ਕਿਸੇ ਕੋਰੋਨਾ ਵਾਇਰਸ ਅਫੈਕਟਡ ਬੰਦੇ ਨੂੰ ਅੱਧੇ ਘੰਟੇ ਤੱਕ ਕੰਟੀਨਿਊਸ ਨਹੀਂ ਕੰਟੈਕਟ 'ਚ ਆਉਂਦੇ ਤਦ ਤੱਕ ਇਹਦੇ ਹੋਣ ਦੇ ਚਾਂਸ ਬਹੁਤ ਘੱਟ। ਇੱਕ ਤਾਂ ਇਸ ਲਈ ਸਾਨੂੰ ਭੈ ਘਟਾਉਣਾ ਚਾਹੀਦਾ ਹੈ। ਇਹ ਨਹੀਂ ਕਿ ਅਸੀਂ ਜੇ ਬਾਹਰ ਗਏ ਤਾਂ ਸਾਨੂੰ ਵਾਇਰਸ ਮਿਲ ਹੀ ਜਾਣਾ, ਉਹ ਸਾਨੂੰ ਹੋਈ ਵੀ ਜਾਣਾ। ਈਵਨ ਅਗਰ ਅਸੀਂ ਕੋਰੋਨਾ ਵਾਇਰਸ ਦੇ ਜਿਹਨੂੰ ਪਹਿਲਾਂ ਇਫੈਕਟਡ ਹੈ ਉਹਦੇ ਕੰਟੈਕਟ 'ਚ ਆਉਂਦੇ ਵੀ ਹੈ, ਅਗਰ ਅਸੀਂ ਅੱਧੇ ਘੰਟੇ ਤੋਂ ਜ਼ਿਆਦਾ ਕੰਟੈਕਟ 'ਚ ਨਹੀਂ ਰਹਿੰਦੇ ਤਾਂ ਸਾਨੂੰ ਹੋ ਸਕਦਾ ਹੈ ਕਿ ਕੋਰੋਨਾ ਵਾਇਰਸ, ਬਸ਼ਰਤੇ ਕਿ ਸਾਡਾ ਇਮਿਊਨ ਸਿਸਟਮ ਸਹੀ ਹੋਵੇ। ਔਰ ਅਸੀਂ ਸੋਸ਼ਲ ਡਿਸਟੈਂਸਿੰਗ ਜ਼ਰੂਰ ਰੱਖਣੀ। ਸਾਡੇ ਜਿਹੜੀ ਸਾਡੀ ਆਦਤਾਂ ਆ, ਹਿਊਮਨ ਹੈਬਿਟ, ਔਰ ਖਾਸ ਕਰ ਸਾਡੇ ਇੰਡੀਆ ਦੇ ਵਿੱਚ ਉਹ ਇੱਕ ਹੈਬਿਟ ਹੈ ਜਿਹੜੀ ਕਿ ਬਹੁਤ ਵੱਡਾ ਕਾਰਨ ਬਣ ਰਹੀ ਹੈ ਕੋਰੋਨਾ ਵਾਇਰਸ ਫੈਲਣ ਦਾ। ਉਹ ਹੈ ਕਿ ਅਸੀਂ ਬਗੈਰ ਸੋਚੇ ਸਮਝੇ ਛਿੱਕ ਦਿੰਦੇ ਹਾਂ, ਬਗੈਰ ਸੋਚੇ ਸਮਝੇ ਖੰਘਣ ਲੱਗ ਪੈਂਦੇ ਹਾਂ, ਬਗੈਰ ਸੋਚੇ ਸਮਝੇ ਥੁੱਕਦੇ ਹਾਂ। ਅਗਰ ਅਸੀਂ ਤਿੰਨ ਚੀਜ਼ਾਂ ਦਾ ਧਿਆਨ ਰੱਖੀਏ ਤਾਂ ਇਹਦੇ ਫੈਲਣ ਦੇ ਬਹੁਤ ਹੀ ਘੱਟ ਚਾਂਸ ਹੈ। ਸਾਨੂੰ ਜਿਸਲੇ ਵੀ ਕੋਈ ਖੰਘ ਜਾਂ ਉਹ ਆਉਂਦੀ ਹੈ, ਅੱਬਲ ਤਾਂ ਅਸੀਂ ਜਿਸਲੇ ਘਰੋਂ ਬਾਹਰ ਜਾਣਾ ਆ ਤਾਂ ਮਾਸਕ ਪਹਿਨਣਾ ਬਹੁਤ ਜ਼ਰੂਰੀ ਹੈ। ਜੇ ਮਾਸਕ ਨਹੀਂ ਵੀ, ਇਹ ਜਿਸਲੇ ਜਿਹੜਾ ਮੈਂ ਦੱਸਿਆ ਕਿ ਖੰਘਣਾ ਛਿੱਕਣ ਲੱਗੇ ਧਿਆਨ ਰੱਖਣਾ ਹੈ
ਦੂਜਾ ਜਿਹੜੇ ਬਜ਼ੁਰਗ ਹੈਗੇ ਆ ਉਹਨਾਂ ਨਾਲ ਸਾਵਧਾਨੀ ਦੇਣਾ ਬਹੁਤ ਜ਼ਰੂਰੀ ਹੈ, ਉਹਨਾਂ ਦੀ ਕੇਅਰ ਕਰਨੀ। ਔਰ ਉਹਨਾਂ ਦਾ ਜੇ ਸਿੰਪਟਮ ਉਹਨਾਂ ਵਿੱਚ ਥੋੜ੍ਹੇ ਵੀ ਆਉਂਦੇ ਆ ਤਾਂ ਸਾਨੂੰ ਕੰਟੈਕਟ ਕਰਨਾ ਚਾਹੀਦਾ। ਇਹਦੇ ਵਿੱਚ ਜਿਹੜੇ ਲੱਛਣ ਹੈ ਉਹਦੇ ਵਿੱਚ 3 ਮੇਨ ਚੀਜ਼ਾਂ ਆ, ਬੁਖਾਰ, ਖੰਘ ਰੇਸ਼ਾ, ਤੀਜਾ ਸਾਫ ਹੋਣਾ। ਜਿਹੜੀ ਬ੍ਰੈਥਲੈਸਨੈਸ ਹੈ ਇਹ ਜਿਹੜੇ ਉੱਦਾਂ ਵੀ ਖੰਘ ਰੇਸ਼ਾ ਬਹੁਤ ਹੁੰਦੇ ਆ, ਬ੍ਰੈਥਲੈਸਨੈਸ ਜਿਹੜਾ ਹੈ ਇਹ ਇੱਕ ਬਹੁਤ ਇੰਪੋਰਟੈਂਟ ਸਿੰਪਟਮ ਹੈ। ਜੇ ਉਹ ਬੰਦਾ ਸਾਹ 'ਚ ਤਕਲੀਫ ਮਹਿਸੂਸ ਕਰਦਾ ਹੈ ਤਾਂ ਉਹਨੂੰ ਤੁਰੰਤ ਹੀ ਮੈਡੀਕਲ ਕੇਅਰ ਦੇ ਵਿੱਚ ਜਾਣਾ ਚਾਹੀਦਾ। ਔਰ ਆਈਸੋਲੇਸ਼ਨ ਕਈ ਤਰ੍ਹਾਂ ਦੀ ਹੈ, ਜਿਹੜੇ ਸਿੰਪਟਮਲੈਸ ਕੇਸ ਹੈ ਜਾਂ ਸਿੰਪਟਮ ਜਿਨ੍ਹਾਂ ਦੇ ਠੀਕ ਹੋ ਜਾਂਦੇ 3 ਦਿਨਾਂ ਦੇ ਅੰਦਰ ਅੰਦਰ, ਉਹਨਾਂ ਨੂੰ ਅਸੀਂ 3 ਦਿਨ ਉਹ ਸਿੰਪਟਮ ਫ੍ਰੀ ਰਹਿੰਦੇ ਆ, ਉਹਨਾਂ ਨੂੰ ਅਸੀਂ ਘਰ ਹੀ ਆਈਸੋਲੇਸ਼ਨ ਰੱਖਣ ਦੀ ਉਹ ਦਿੰਦੇ ਆ ਸਲਾਹ। ਔਰ ਉਹਦੇ ਵਿੱਚ ਟੋਟਲ 14 ਦਿਨ ਕਰਨੇ ਹੁੰਦੇ ਆ। ਜੇ ਉਹਦੀ ਘਰ ਹੀ ਸ਼ੁਰੂ ਹੁੰਦੀ ਤਾਂ ਘਰ ਹੀ 14 ਦਿਨ ਆਈਸੋਲੇਸ਼ਨ ਹੈ। ਜੇ ਪਹਿਲਾਂ ਉਹ ਕਿਸੇ ਇੰਸਟੀਟਿਊਸ਼ਨ ਸੀਗਾ ਜਿੱਥੇ ਕਿ ਡਿਟੈਕਸ਼ਨ ਹੋਈ ਆ ਫਿਰ ਉਹਨੂੰ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ। ਜੇ ਉਹਨੂੰ ਸਿੰਪਟਮ ਹੈ ਤਾਂ 3 ਦਿਨ ਤੱਕ ਜਦ ਤੱਕ ਸਿੰਪਟਮ ਫ੍ਰੀ ਹੋ ਜਾਊਗਾ ਉਸ ਤੋਂ ਬਾਅਦ ਅਸੀਂ ਉਹਨੂੰ ਘਰ ਭੇਜ ਦੇਵਾਂਗੇ। ਅਤੇ ਜਿੰਨੇ ਦਿਨ ਉਹ ਹੌਸਪੀਟਲ 'ਚ ਆਈਸੋਲੇਸ਼ਨ ਰਿਹਾ ਉਹਨੂੰ ਮਿਲਾ ਕੇ ਟੋਟਲ 14 ਦਿਨ ਉਹਨੂੰ ਆਈਸੋਲੇਸ਼ਨ 'ਚ ਰੱਖਾਂਗੇ। ਬਹੁਤ ਬਹੁਤ ਧੰਨਵਾਦ ਮੇਜਰ ਡਾਕਟਰ ਜਤਿੰਦਰਪਾਲ ਬੈਂਸ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਇਹ ਕਰੋਨਾ ਵਾਇਰਸ ਜਿਹੜੀ ਕੀ ਚੀਜ਼ ਆ, ਕਿਹੋ ਜਿਹਾ ਵਾਇਰਸ ਆ, ਇਸ ਤੋਂ ਕਿਸ ਤਰ੍ਹਾਂ ਬਚਿਆ ਜਾ, ਕਿਸ ਤਰ੍ਹਾਂ ਇਹ ਲੋਕਾਂ ਦੇ ਹਾਵੀ ਹੁੰਦਾ ਆ। ਅਸੀਂ ਕੋਸ਼ਿਸ਼ ਕਰਾਂਗੇ BBC ਪੰਜਾਬ ਦੇ ਮਾਧਿਅਮ ਰਾਹੀਂ ਇਹਨਾਂ ਦੀ ਜਿਹੜੀ ਗੱਲਬਾਤ ਆ ਆਵਾਮ ਤੱਕ ਪਹੁੰਚਾਈਏ। BBC ਪੰਜਾਬ ਲਈ ਹੁਸ਼ਿਆਰਪੁਰ ਤੋਂ ਦਲਜੀਤ ਅਜਨੋਹਾ। ਧੰਨਵਾਦ ਜੀ, ਬਹੁਤ ਬਹੁਤ।